ਮੈਂ ਹੁਣ ਕੱਚੀਆਂ ਗੋਲੀਆਂ ਨਾਲ ਤਾਂ ਨਹੀਂ ਖੇਡਦਾ ਰਿਹਾ। ਗੱਲ ਇਹਨਾਂ 'ਚੋਂ ਇਹ ਹੈ ਕਿ ਸਾਰਾ ਪਿੰਡ ਮਰ ਜੇ ਪਰ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ। ਗੱਲ ਕਿੱਥੇ ਜੇ ਰਹਿ ਗਈ? ਮੀਟਿੰਗ ਵੀ ਹੋਈ ਆ, ਵੱਡੀਆਂ ਤਸਵੀਰਾਂ ਵੀ ਸਾਹਮਣੇ ਇੰਨਾ ਕਿਉਂ ਨਹੀਂ ਗੱਲ ਬਣੀ? ਮੈਨੂੰ ਲੋਕਾਂ ਨੇ ਮਾਰ ਦੇਣਾ ਸੀਗਾ, ਪਿੰਡਾਂ 'ਚ ਵੜਨ ਨਹੀਂ ਸੀ ਦੇਣਾ। ਇਹਨਾਂ ਨੇ ਇੰਦਰਾ ਗਾਂਧੀ ਦੇ ਨਾਲ ਸੁਲ੍ਹਾ ਕਰਾ ਕੇ ਟੌੜੇ, ਬਾਦਲ, ਲੌਂਗੋਵਾਲ ਸਾਰਿਆਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਵਾਏ ਆ ਅਤੇ ਉਹਦੇ ਬੰਦੀ ਜਿਹੜੇ ਬਣ ਗਏ ਆ, ਹੁਣ ਬਣਾਏ ਤਾਂ ਇਹਨਾਂ ਨੇ ਆ। ਮਾਨ ਸਾਹਿਬ, ਸਾਡੀ ਪਿਛਲੇ ਦਿਨੀ ਮੇਰੀ ਮੁਲਾਕਾਤ ਹੋਈ ਬੀਬੀ ਰਾਜੋਆਣਾ ਜੀ ਨਾਲ। ਉਹਨਾਂ ਨੇ ਕਿਹਾ ਵੀ ਮਾਨ ਸਾਹਿਬ ਨੇ ਤਾਂ ਸਾਡੀ ਕਦੇ ਵੀ ਸਾਰ ਨਹੀਂ ਲਈ। ਹੁਣ ਬੀਬੀ ਜੀ ਨੂੰ ਇਹਨਾਂ ਗੱਲਾਂ ਦਾ ਪਤਾ ਤਾਂ ਹੈ ਨਹੀਂ ਗਾ, ਨਾ ਤਾਂ ਉਹ ਸਕੇ ਭੈਣ ਜੀ ਹੈਗੇ ਰਾਜੋਆਣਾ ਸਾਹਿਬ ਦਾ। ਬੀਬੀ ਜੀ ਨੇ ਮਾਨ ਸਾਹਿਬ ਇੱਕ ਗੱਲ ਹੋਰ ਵੀ ਕਹੀ ਆ ਵੀ ਮਾਨ ਸਾਹਿਬ ਤੋਂ ਅੱਜ ਤੱਕ ਪਟਿਆਲੇ ਤੱਕ ਦਾ ਸਫ਼ਰ ਤੈਅ ਨਹੀਂ ਹੋਇਆ, ਉਹ ਪਟਿਆਲਾ ਜੇਲ੍ਹ 'ਚ ਕਦੇ ਮਿਲਣ ਵੀ ਨਹੀਂ ਗਏ ਮੇਰੇ ਭਾਈ ਸਾਹਿਬ। ਉਹਨਾਂ ਨੇ ਇਹ ਵੀ ਕਿਹਾ ਵੀ ਮਾਨ ਸਾਹਿਬ ਨੂੰ ਨਹੀਂ ਇੰਨਾ ਪਤਾ, ਮਾਨ ਸਾਹਿਬ ਮਹਿਲਾਂ ਦੇ ਵਿੱਚ ਰਹਿੰਦੇ ਨੇ। ਮਹਿਲਾਂ ਦੇ ਵਿੱਚ ਰਹਿੰਦੇ ਹੋ ਤੁਸੀਂ? ਜਿਹੜੀ ਹਿੰਦੂ ਤੇ ਮੁਸਲਮਾਨ ਦੀ ਦੁਸ਼ਮਣੀ ਹੈ ਸਦੀਆਂ ਤੋਂ, ਉਹਦੇ ਵਿੱਚ ਸਿੱਖ ਪੀੜੇ ਗਏ ਹੈ। ਤੁਸੀਂ ਇੱਥੇ ਕਹਿੰਦੇ ਹੋ ਕਿ ਅਸੀਂ ਆਮ ਆਦਮੀ ਖੜਾ ਕਰਤਾ ਤੇ 7 ਮੈਂਬਰ ਤੁਸੀਂ ਰਾਜ ਸਭਾ ਦੇ ਵਿੱਚ ਭੇਜਦੇ ਜਿਹੜੇ ਬਹੁਤ ਤਨਾਟ ਹੈ, ਜਿਨ੍ਹਾਂ ਨੂੰ ਪੰਜਾਬ ਦੇ ਬਾਰੇ ਪਤਾ ਵੀ ਨਹੀਂ, ਉਹ ਬੋਲ ਵੀ ਨਹੀਂ ਸਕਦੇ ਤੇ ਉਹ ਸਾਰੇ RSS ਦੇ ਮੈਂਬਰ ਹੈ। ਸਿਮਰਨਜੀਤ ਸਿੰਘ ਮਾਨ ਚੱਲੇ ਹੋਏ ਕਾਰਤੂਸ ਨੇ ਪਿਛਲੇ ਦਿਨੀ ਨਾਭਾ ਦੇ ਵਿਧਾਇਕ ਦੇ ਮਾਨ ਦਾ ਕਮੈਂਟ ਆਇਆ ਗਾ। ਇੱਕ ਵਾਰੀ ਬੀਬੀ ਭੱਠਲ ਨੇ ਵੀ ਕਹਿਤਾ ਸੀਗਾ ਕਿ ਮਾਨ ਤਾਂ ਚੱਲਿਆ ਹੋਇਆ ਕਾਰਤੂਸ ਹੈ ਤੇ ਮੈਂ ਪੁੱਛਿਆ ਫਿਰ ਇਹ ਬੀਬੀ ਭੱਠਲ ਨੂੰ ਕੀ ਤਜਰਬਾ ਹੈ ਕਿ ਮੈਂ ਚੱਲਿਆ ਹੋਇਆ ਕਾਰਤੂਸ ਹੈ। ਉਹ MLA ਸਾਹਿਬ ਤੇ ਬੀਬੀ ਭੱਠਲ ਨੂੰ ਤਜਰਬਾ ਹੈਗਾ, ਫਿਰ ਤਾਂ ਕਹਿ ਸਕਦੇ ਆ ਕਿ ਮੈਂ ਚੱਲਿਆ ਹੋਇਆ ਕਾਰਤੂਸ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਜੇ ਅਸੀਂ ਲੋਕ ਸਭਾ ਚੋਣਾਂ ਦੀ ਗੱਲ ਕਰਦੇ ਹਾਂ, ਜਿਮਨੀ ਚੋਣ ਦੀ, ਸੰਗਰੂਰ ਦੇ ਵਿੱਚ ਮਾਹੌਲ ਆ ਜਿਹੜਾ ਉਹ ਚੋਣਾਂ ਨੂੰ ਲੈ ਕੇ ਭਖਿਆ ਹੋਇਆ ਗਾ। ਪਰ ਜੇ ਅਸੀਂ ਪੰਜਾਬ ਵੱਲ ਝਾਤ ਮਾਰਦੇ ਹਾਂ, ਪੰਜਾਬ ਦੇ ਵਿੱਚ ਜਿਹੜਾ ਮਾਹੌਲ ਆ, ਖਾਸ ਕਰਕੇ ਜਿਹੜਾ ਪ੍ਰਸ਼ਾਸਨਿਕ ਤਾਣਾ ਬਾਣਾ ਗਾ, ਉਹ ਵੀ ਬੜਾ ਉਲਝਿਆ ਹੋਇਆ ਗਾ। ਜਾਂ ਸਰਕਾਰ ਦੇ ਉੱਤੇ ਆਏ ਦਿਨ ਨਵੀਂ ਚੁਣੌਤੀ ਖੜੀ ਹੁੰਦੀ ਹੈ ਸਰਕਾਰ ਨੂੰ। ਪਰ ਇਸ ਚੋਣਾਂ ਦੇ ਵਿੱਚ ਕੀ ਕੁਝ ਰਹਿਣ ਵਾਲਾ ਗਾ? ਜਿੱਥੇ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਚਿਹਰਾ ਖੜਾ ਕੀਤਾ ਗਾ, ਉੱਥੇ ਹੀ ਪਹਿਲਾਂ ਅਜਿਹੀ ਸੰਭਾਵਨਾ ਸੀ ਵੀ ਅਕਾਲੀ ਦਲ ਬਾਦਲ ਦੇ ਵਿੱਚ ਤੇ ਅਕਾਲੀ ਦਲ ਅੰਮ੍ਰਿਤਸਰ ਮਾਨ ਦੇ ਵਿੱਚ ਕੋਈ ਨਾ ਕੋਈ ਸਮਝੌਤਾ ਹੋ ਜਾਊਗਾ, ਪਰ ਉਹ ਵੀ ਸਮਝੌਤਾ ਹੋਇਆ ਨਹੀਂ। ਤੇ ਕਾਂਗਰਸ ਨੇ ਧੂਰੀ ਤੋਂ ਜਿਹੜੇ ਸਾਬਕਾ ਵਿਧਾਇਕ ਨੇ ਦਲਵੀਰ ਗੋਲਡੀ, ਉਹਨਾਂ ਨੂੰ ਟਿਕਟ ਦਿੱਤਾ ਗਾ। ਕਿਹੋ ਜਿਹਾ ਮੁਕਾਬਲਾ ਰਹਿਣ ਵਾਲਾ, ਇਹਦੇ ਤੇ ਗੱਲਬਾਤ ਕਰਾਂਗੇ। ਖਾਸ ਕਰਕੇ ਗੱਲਬਾਤ ਕਰਾਂਗੇ ਅਕਾਲੀਆਂ ਦੀ ਜਿਹੜੀ ਆਪਸੀ ਇੱਕ ਸਟੇਜ ਤੇ ਆਉਣ ਦੀ ਗੱਲਬਾਤ, ਉਹ ਕਿੱਥੇ ਜੇ ਰਹਿ ਗਈ ਜਾਂ ਉਹ ਪੂਰ ਕਿਉਂ ਨਹੀਂ ਚੜੀ। ਸਾਡੇ ਨਾਲ ਮੌਜੂਦ ਰਹਿਣਗੇ ਸਰਦਾਰ ਸਿਮਰਨਜੀਤ ਸਿੰਘ ਮਾਨ। ਮਾਨ ਸਾਹਿਬ, ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਲੀਵਾਲ ਸਾਹਿਬ, ਥੈਂਕ ਯੂ। ਤੁਸੀਂ ਇੰਨਾ ਕਸ਼ਟ ਕੀਤਾ ਗਰਮੀ 'ਚ, 46 ਡਿਗਰੀ ਸੈਂਟੀਗ੍ਰੇਡ ਹੈ ਜੀ। ਤੁਸੀਂ, ਮੇਰੀ ਤਾਂ ਮਜਬੂਰੀ ਹੈ, ਤੁਸੀਂ ਐਵੇਂ ਭੱਜੇ ਫਿਰਦੇ ਹੋ ਇੰਨੀ ਗਰਮੀ 'ਚ। ਥੈਂਕ ਯੂ ਜੀ। ਮਾਨ ਸਾਹਿਬ, ਪਹਿਲਾ ਸਵਾਲ ਤਾਂ ਇਹੀ ਹੈ ਜਿਹੜੇ ਸਵਾਲ ਕਰਕੇ ਸਾਰੀ ਦੁਨੀਆ ਦੀਆਂ, ਖਾਸ ਕਰਕੇ NRI ਪੰਜਾਬੀ ਦੀਆਂ, ਲੱਗ ਰਿਹਾ ਸੀ ਵੀ ਐਤਕੀ ਕੁਛ ਹੋਊਗਾ। ਗੱਲ ਕਿੱਥੇ ਜੇ ਰਹਿ ਗਈ? ਮੀਟਿੰਗ ਵੀ ਹੋਈ ਆ, ਵੱਡੀਆਂ ਤਸਵੀਰਾਂ ਵੀ ਸਾਹਮਣੇ, ਇੰਨਾ ਕਿਉਂ ਨਹੀਂ ਗੱਲ ਬਣੀ? ਬਹੁਤ ਲੋਕ ਕਹਿ ਰਹੇ ਆ, ਜੇ ਅਕਾਲੀ ਦਲ ਵਾਲਿਆਂ ਤੋਂ ਪੁੱਛਦੇ ਆ, ਬਾਦਲ ਵਾਲਿਆਂ ਤੋਂ, ਉਹ ਕਹਿੰਦੇ ਆ ਵੀ ਮਾਨ ਸਾਹਿਬ ਹਿੰਡ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਕਿਹਾ ਸੀਗਾ। ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਵੀ 1.5 ਸਾਲ ਦਾ ਹੀ ਆ, ਉਸ ਤੋਂ ਬਾਅਦ ਜਿਵੇਂ ਕਹੋਗੇ, ਜਿੱਥੇ ਕਹੋਗੇ, ਅਸੀਂ ਤੁਹਾਡੇ ਨਾਲ ਆ। ਦੇਖੋ, ਸਰਦਾਰ ਸੁਖਬੀਰ ਸਿੰਘ ਤੇ ਕੋਲੇ ਨਾ ਕੋਈ ਤਜਰਬਾ ਨਹੀਂ ਹੈ। ਉਹਨਾਂ ਨੂੰ ਉਹਨਾਂ ਦੇ ਪਾਪਾ ਜੀ ਨੇ ਗੱਦੀ ਤੇ ਬਿਠਾਤਾ ਹੈ ਜੀ। ਨਾ ਤਾਂ ਕਦੇ ਉਹਨਾਂ ਨੂੰ ਕਸ਼ਟ ਦਿੱਤਾ ਗਿਆ, ਨਾ ਉਹ ਪੂਰੀ ਤਰ੍ਹਾਂ ਪੜ੍ਹੇ ਹੈ, ਨਾ ਉਹ ਆਪਣੇ ਜਥੇਦਾਰਾਂ ਨੂੰ ਜਾਣਦੇ ਹੈ, ਨਾ ਉਹਨਾਂ ਨੂੰ ਪੰਜਾਬ ਦਾ ਅਤੇ ਸਿੱਖਾਂ ਦਾ ਇਤਿਹਾਸ ਦਾ ਪਤਾ ਹੈ, ਨਾ ਸਾਡੀ ਰਵਾਇਤ ਦਾ ਪਤਾ ਹੈ। ਅਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਮੇਰੇ ਨਾਲ ਗੱਲਬਾਤ ਕਰਨ ਆਉਣਾ ਹੈ ਜੀ, ਤਾਂ ਫਿਰ ਤਸੱਲੀ ਨਾਲ ਆਉਣਾ ਚਾਹੀਦਾ ਹੈ ਕਿ ਉਹ ਗੱਲ ਟਿਕੂਗੀ। ਪਰ ਮੇਰੇ ਨਾਲ ਗੱਲ ਅਜਿਹੀ ਕੀਤੀ ਜਿਹਦੇ ਨਾਲ ਇਹ ਫੈਸਲਾ ਨਹੀਂ ਸੀ ਹੋ ਸਕਦਾ। ਜੇ ਮੈਂ ਫੈਸਲਾ ਕਰ ਵੀ ਦਿੰਦਾ, ਮੈਨੂੰ ਲੋਕਾਂ ਨੇ ਮਾਰ ਦੇਣਾ ਸੀਗਾ, ਪਿੰਡਾਂ 'ਚ ਵੜਨ ਨਹੀਂ ਸੀ ਦੇਣਾ
ਕਿਉਂ ਕਰਕੇ ਇਹਨਾਂ ਦੀ ਬਦਨਾਮੀ ਬਹੁਤ ਜ਼ਿਆਦਾ ਹੋ ਗਈ ਹੈ। ਜਿਹੜਾ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਨਾਲ ਦੇ ਪਿੰਡ ਜੋ 2 ਸਿੱਖ ਜਿਹੜੇ ਮੁਜ਼ਾਹਰਾ ਕਰ ਰਹੇ ਸੀਗੇ ਉਹਨਾਂ ਦੇ ਉੱਤੇ ਗੋਲੀ ਚਲਵਾਈ, ਉਹਨਾਂ ਨੂੰ ਸ਼ਹੀਦ ਕਰਤਾ ਸੈਣੀ DGP ਦੇ ਰਾਹੀਂ। ਅਤੇ ਜਿਹੜਾ ਕੁਛ ਉੱਥੇ ਇਹਨਾਂ ਨੇ ਕਰਾਇਆ, ਕੋਟਕਪੂਰੇ ਦੇ ਵਿੱਚ ਵੀ ਗੋਲੀ ਚਲਵਾਈ, ਫਿਰ 328 ਮਹਾਰਾਜ ਦੇ ਸਰੂਪ ਇਹਨਾਂ ਨੇ ਗਬਨ ਕਰ ਦਿੱਤੇ ਹੈਗੇ ਹੈ ਜੀ। ਅਤੇ ਜਿਹੜੀ STPC ਹੈ ਉਹ ਸਿੱਖਾਂ ਦੀ ਪਾਰਲੀਮੈਂਟ ਹੈ। ਹਰੇਕ ਸਿੱਖ ਨੂੰ ਉਹਦੇ 'ਚ ਬਹੁਤ ਸ਼ਰਧਾ ਹੈਗੀ ਹੈ। ਉਹਦੇ ਜਿਵੇਂ ਪਾਰਲੀਮੈਂਟ ਦੇ ਇਲੈਕਸ਼ਨ ਹਰੇਕ 5 ਸਾਲ 'ਚ ਹੁੰਦੇ ਹੈ, ਉਹਦੇ ਵੀ 5 ਸਾਲ ਬਾਅਦ ਹੋਣੇ ਚਾਹੀਦੇ ਹੈ, ਪਰ ਹੁਣ 11 ਸਾਲ ਹੋ ਗਏ ਹੈ ਉਹਦੇ ਇਲੈਕਸ਼ਨ ਨਹੀਂ ਹੋ ਰਹੇ। ਇਹ ਤਾਂ ਫਿਰ ਕਬਜ਼ਾ ਜਬਰਨ ਮਿਸਟਰ ਬਾਦਲ ਅਤੇ ਸੁਖਬੀਰ ਸਿੰਘ ਨੇ ਕੀਤਾ ਹੋਇਆ। ਇਹ ਤਾਂ ਮਹੰਤ ਅਤੇ ਮਸੰਦ ਬਣ ਚੁੱਕੇ ਹੈ ਜਿਨ੍ਹਾਂ ਨੂੰ ਸਿੱਖਾਂ ਨੇ ਹਮੇਸ਼ਾ ਨਫ਼ਰਤ ਕੀਤੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਕੌਮ ਦੇ ਲਈ ਨਹੀਂ ਕੀਤਾ ਕੁਛ ਵੀ, ਅਤੇ ਇਹਨਾਂ ਨੇ ਉਹ ਬੀਬੀ ਜੀ ਨੂੰ ਖੜ੍ਹਾ ਕਰਤਾ ਹੈ ਐਵੇਂ ਬਦਲੇ ਦੀ ਭਾਵਨਾ ਦੇ ਨਾਲ। ਕੋਈ ਵੀ ਬੰਦੀ ਸਿੰਘ ਇਹਨਾਂ ਦੇ ਕੈਂਡੀਡੇਟ ਦੇ ਨਾਲ ਨਹੀਂ ਚੱਲ ਰਿਹਾ, ਕਿਉਂ ਕਰਕੇ ਸਾਰੇ ਬੰਦੀ ਸਿੰਘਾਂ ਨੂੰ ਪਤਾ ਹੈ ਕਿ ਬਾਦਲ ਅਤੇ ਸੁਖਬੀਰ ਨੇ ਆਪਣੇ ਰਾਜ ਦੇ ਵਿੱਚ ਸਾਨੂੰ ਬੰਦੀ ਬਣਵਾਇਆ ਹੈ। ਇਹਨਾਂ ਨੇ ਇੰਦਰਾ ਗਾਂਧੀ ਦੇ ਨਾਲ ਸੁਲ੍ਹਾ ਕਰਾ ਕੇ ਟੌੜੇ, ਬਾਦਲ, ਲੌਂਗੋਵਾਲ ਸਾਰਿਆਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਵਾਏ ਹੈ, ਅਤੇ ਉਹਦੇ ਬੰਦੀ ਜਿਹੜੇ ਬਣ ਗਏ ਆ ਹੁਣ, ਬਣਾਏ ਤਾਂ ਇਹਨਾਂ ਨੇ ਹੈ। ਹੁਣ ਇਹ ਤਾਂ ਗੱਲ ਨਵੀਂ ਛੇੜ ਲਈ ਕਿ ਸਿਮਰਨਜੀਤ ਸਿੰਘ ਨੂੰ ਬਿਠਾ ਲਓ। ਗੱਲ ਇਹ ਹੈ ਕਿ ਮੈਂ ਹੁਣ ਕੱਚੀਆਂ ਗੋਲੀਆਂ ਨਾਲ ਤਾਂ ਨਹੀਂ ਖੇਡਦਾ ਰਿਹਾ। ਗੱਲ ਇਹਨਾਂ 'ਚੋਂ ਇਹ ਹੈ ਕਿ ਸਾਰਾ ਪਿੰਡ ਮਰ ਜੇ ਪਰ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ। ਬਸ ਆਹ ਇਹਨਾਂ ਦੀ ਖੇਡ ਸੀਗੀ, ਉਹ ਹੋ ਗਈ ਫੇਲ। ਜੇ ਮੈਂ ਇਹਨਾਂ ਦੀ ਗੱਲ ਮੰਨ ਵੀ ਜਾਂਦਾ ਤੇ ਮੈਨੂੰ ਲੋਕਾਂ ਨੇ ਛਿੱਤਰ ਮਾਰਨੇ ਸੀਗੇ। ਮਾਨ ਸਾਹਿਬ, ਸਾਡੀ ਪਿਛਲੇ ਦਿਨੀ ਮੇਰੀ ਮੁਲਾਕਾਤ ਹੋਈ ਬੀਬੀ ਰਾਜੋਆਣਾ ਜੀ ਨਾਲ। ਉਹਨਾਂ ਨੇ ਕਿਹਾ ਵੀ ਮਾਨ ਸਾਹਿਬ ਨੇ ਤਾਂ ਸਾਡੀ ਕਦੇ ਵੀ ਸਾਰ ਨਹੀਂ ਲਈ। ਉਹਨਾਂ ਨੇ ਇਸਤੇਮਾਲ ਕੀਤਾ ਇਹ ਸ਼ਬਦ ਵੀ, ਕਦੇ ਵੀ ਸਾਰ ਨਹੀਂ ਲਈ। ਬੀਬੀ ਜੀ ਅਣਜਾਣ ਨੇ। ਅਸੀਂ 2 ਮਹੀਨੇ ਜੇਲ੍ਹ ਦੇ ਵਿੱਚ ਕੱਟੇ ਜਦੋਂ ਇਹ ਰਾਜੋਆਣਾ ਸਾਹਿਬ ਨੂੰ ਫਾਂਸੀ ਦਾ ਹੁਕਮ ਹੋ ਗਿਆ ਸੀਗਾ। ਅਤੇ ਉਹ ਜਿਹੜਾ ਅਸੀਂ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤੇ, ਆਪ ਵੀ ਜੇਲ੍ਹਾਂ 'ਚ ਗਏ, ਉਹਦੇ ਨਾਲ ਥੋੜ੍ਹਾ ਜਿਹਾ ਸਾਹ ਸਾਨੂੰ ਮਿਲਿਆ। ਇਹਨਾਂ ਦੀ ਜਿਹੜੀ ਸੀਗੀ ਇਹ ਫਾਂਸੀ ਦਾ ਹੁਕਮ, ਉਹਦੇ 'ਚ ਰੋਕ ਪੈ ਗਈ। ਹੁਣ ਬੀਬੀ ਜੀ ਨੂੰ ਇਹਨਾਂ ਗੱਲਾਂ ਦਾ ਪਤਾ ਤਾਂ ਹੈ ਨਹੀਂ ਗਾ ਜੀ। ਉਹ ਕਿਤੇ ਹੋਰ ਰਹਿੰਦੇ ਹੈ, ਨਾ ਤਾਂ ਉਹ ਸਕੇ ਭੈਣ ਜੀ ਹੈਗੇ ਰਾਜੋਆਣਾ ਸਾਹਿਬ ਦਾ ਜਿਹੜਾ ਉਹਨਾਂ ਨੂੰ ਜੜੋਂ ਘਰੋਂ ਉਹਨਾਂ ਨੂੰ ਸਾਰੀ ਵਾਕਫੀਅਤ ਹੋਵੇ ਗੱਲ ਦੀ। ਸੋ ਮੇਰਾ ਮਤਲਬ ਹੈ ਕਿ ਬੀਬੀ ਜੀ ਨੂੰ ਸਮਝਾਓ ਕਿ ਅਸੀਂ ਤਾਂ ਜੇਲ੍ਹਾਂ ਕੱਟੀਆਂ ਭਾਈ ਰਾਜੋਆਣੇ ਸਾਹਿਬ ਦੀ, ਅਜੇ ਹੁਣ ਵੀ ਅਸੀਂ ਇਹ ਬੰਦੀ ਛਡਾਉਣ ਦੇ ਹਿੱਤ ਦੇ ਵਿੱਚ ਹੈ। ਪਾਰਲੀਮੈਂਟ ਦੇ ਵਿੱਚ ਵੀ ਅਸੀਂ ਗੱਲ ਕਰਾਂਗੇ। ਭੁੱਲਰ ਦੀ ਵੀ ਗੱਲ ਅਸੀਂ ਪਾਰਲੀਮੈਂਟ ਦੇ ਵਿੱਚ ਕੀਤੀ ਸੀ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀਗਾ। ਭੁੱਲਰ ਸਾਹਿਬ ਨੂੰ ਫਾਂਸੀ ਦਾ ਹੁਕਮ ਹੋ ਗਿਆ ਸੀ, ਫਿਰ ਮੈਂ ਮੈਂਬਰ ਪਾਰਲੀਮੈਂਟ ਸੀਗਾ। ਮੈਂ ਬਾਦਲ ਸਾਹਿਬ ਨੂੰ ਬੁਲਾਇਆ, ਢੀਂਡਸਾ ਸਾਹਿਬ ਨੂੰ ਬੁਲਾਇਆ, ਟੌੜਾ ਸਾਹਿਬ ਨੂੰ ਬੁਲਾਇਆ, ਸਾਰਿਆਂ ਨੂੰ ਨਾਲ ਲੈ ਕੇ ਜਿਹੜਾ ਡਿਪਟੀ ਪ੍ਰਾਈਮ ਮਿਨਿਸਟਰ ਉਸ ਵੇਲੇ LK ਅਡਵਾਨੀ ਸੀਗੇ ਉਹਨਾਂ ਦੇ ਕੋਲੇ ਲੈ ਕੇ ਗਏ ਅਤੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਫਾਂਸੀ ਨਹੀਂ ਦੇ ਸਕਦੇ ਭੁੱਲਰ ਸਾਹਿਬ ਨੂੰ, ਕਿਉਂ ਕਰਕੇ ਇਹਨਾਂ ਨੂੰ ਤੁਸੀਂ ਜਰਮਨ ਤੋਂ ਲੈ ਕੇ ਆਏ ਹੋ ਅਤੇ ਜਰਮਨ ਦਾ ਕਾਨੂੰਨ ਹੈ ਕਿ ਫਾਂਸੀ ਨਹੀਂ ਦਿੱਤੀ ਜਾ ਸਕਦੀ। ਅਤੇ ਜੇ ਤੁਸੀਂ ਉੱਥੇ ਦਸਤਖਤ ਕੀਤੇ ਹੋਏ ਹੈ ਕਿ ਇਹਨੂੰ ਫਾਂਸੀ ਨਹੀਂ ਹੋਊਗੀ, ਫਿਰ ਤੁਸੀਂ ਫਾਂਸੀ ਦਾ ਆਰਡਰ ਕਿਉਂ ਦਿੰਦੇ ਹੋ? ਤੁਹਾਡੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਬੇਅਦਬੀ ਹੋਊਗੀ, ਬੇਇੱਜ਼ਤੀ ਹੋਊਗੀ। ਜੇ ਤੁਸੀਂ ਆਪਣੀ ਐਕਸਟ੍ਰੈਡੀਸ਼ਨ ਦੇ ਉੱਤੇ ਜਿਹੜੇ ਤੁਸੀਂ ਦਸਤਖਤ ਕੀਤੇ ਹੈ ਉਹਦੇ ਖਿਲਾਫ ਜਾ ਕੇ ਤੁਸੀਂ ਫਾਂਸੀ ਦੇ ਦੋਗੇ। ਅਤੇ ਜਿਵੇਂ ਹੁਣ ਆਪਣੇ ਪੈਗੰਬਰ ਮੁਹੰਮਦ ਸਾਹਿਬ ਦੇ ਖਿਲਾਫ ਇਹਨਾਂ ਨੇ
ਬਿਆਨਬਾਜ਼ੀ ਕਰਤੀ, ਜੀ ਸਾਰੇ ਮੁਸਲਮਾਨ ਦੇਸ਼ਾਂ ਦੇ ਵਿੱਚ ਇਹਨਾਂ ਦੀ ਐਸੀ ਦੀ ਤੈਸੀ ਵੱਜੀ ਜਾਂਦੀ ਹੈ ਜੀ ਤੇ ਇਹਨਾਂ ਨੂੰ ਇੰਟਰਨੈਸ਼ਨਲ ਲੋਕਾਂ ਦਾ ਪਤਾ ਨਹੀਂ, ਸਮਝ ਨਹੀਂ ਹੈ। ਤੇ ਹੁਣ ਬੀਬੀ ਜੀ ਕਿਵੇਂ ਕਹਿ ਸਕਦੇ ਆ ਕਿ ਮੈਂ ਇਹਦੇ ਖਿਲਾਫ ਹਾਂ, ਜਦ ਮੈਂ ਭੁੱਲਰ ਦੇ ਮਸਲੇ ਦੇ ਵਿੱਚ ਪੂਰੀ ਇੰਟਰਵੈਂਸ਼ਨ ਕੀਤੀ ਦਲੀਲ ਦੇ ਨਾਲ। ਬੀਬੀ ਜੀ ਨੇ ਮਾਨ ਸਾਹਿਬ ਇੱਕ ਗੱਲ ਹੋਰ ਵੀ ਕਹੀ ਆ ਵੀ ਮਾਨ ਸਾਹਿਬ ਤੋਂ ਅੱਜ ਤੱਕ ਪਟਿਆਲੇ ਤੱਕ ਦਾ ਸਫ਼ਰ ਤੈਅ ਨਹੀਂ ਹੋਇਆ, ਉਹ ਪਟਿਆਲਾ ਜੇਲ੍ਹ 'ਚ ਆ, ਕਦੇ ਮਿਲਣ ਵੀ ਨਹੀਂ ਗਏ ਮੇਰੇ ਭਾਈ ਸਾਹਿਬ ਨੂੰ ਮਾਨ ਸਾਹਿਬ। ਮੈਨੂੰ ਜੀ ਅਲਾਉ ਨਹੀਂ ਕਰਦੇ ਤੇ ਇਹਨਾਂ ਦੇ ਭਾਈ ਸਾਹਿਬ ਸਾਡੀ ਪਾਰਟੀ ਦੇ ਖਿਲਾਫ ਬਿਆਨਬਾਜ਼ੀ ਵੀ ਦਿੰਦੇ ਆ ਤੇ ਉਹ ਸਿਰਫ ਨਰੋਲ ਬਾਦਲ ਦਲ ਦੇ ਨਾਲ ਚੱਲਦੇ ਆ। ਇਸ ਕਰਕੇ ਮੈਨੂੰ ਥੋੜੀ ਜਿਹੀ ਸੰਗ ਆਉਂਦੀ ਹੈ ਕਿ ਜੇ ਮੈਂ ਜਾਵਾਂ ਵੀ ਕਿ ਮੇਰੇ ਨਾਲ ਮੁਲਾਕਾਤ ਕਰਨਗੇ ਕਿ ਨਹੀਂ। ਜੇ ਮੇਰੀ ਸੰਗ ਬੀਬੀ ਜੀ ਤੋੜ ਦੇਣ ਜੀ ਕਿ ਰਾਜੋਵਾਣਾ ਸਾਹਿਬ ਚੰਗੀ ਤਰ੍ਹਾਂ ਮਿਲਣਗੇ ਤੇ ਮੈਂ ਜ਼ਰੂਰ ਚਲੇ ਜਾਊਂਗਾ। ਉਹਨਾਂ ਨੇ ਇਹ ਵੀ ਕਿਹਾ ਵੀ ਮਾਨ ਸਾਹਿਬ ਨੂੰ ਨਹੀਂ ਇੰਨਾ ਪਤਾ ਗੰਭੀਰ ਤੌਰ ਦੇ ਉੱਤੇ, ਮਾਨ ਸਾਹਿਬ ਮਹਿਲਾਂ ਦੇ ਵਿੱਚ ਰਹਿੰਦੇ ਨੇ। ਮਹਿਲਾਂ ਦੇ ਵਿੱਚ ਰਹਿੰਦੇ ਹੋ ਤੁਸੀਂ? ਇਹ ਬੀਬੀ ਜੀ ਨੇ ਦੇਖ ਲਿਆ ਹੋਊਗਾ ਮੇਰੇ ਮਹਿਲ, ਮੈਨੂੰ ਤਾਂ ਨਹੀਂ ਮਿਲੇ। ਜਦੋਂ ਮੇਰੇ ਮਹਿਲ 'ਚ ਆਏ ਆ ਮੈਂ ਨਹੀਂ ਉਹਨਾਂ ਨੂੰ ਦੇਖਿਆ ਕਿ ਮੇਰੇ ਮਹਿਲ 'ਚ ਆਏ ਜੀ ਤੇ ਉਹ ਕਿੱਥੇ ਰਹਿੰਦੇ ਆ। ਹਾਂ, ਉਹਨਾਂ ਦੇ ਕੋਲੇ 에ਅਰ ਕੰਡੀਸ਼ਨ ਹੈ, ਉਹਨਾਂ ਦੇ ਕੋਲੇ ਫ੍ਰਿਜ ਹੈ, ਉਹਨਾਂ ਦੇ ਕੋਲੇ ਨੌਕਰ ਹੈਗੇ ਹੈ, ਸਾਰਾ ਤਾਂ ਉਹਨਾਂ ਦੇ ਕੋਲੇ ਹੈਗਾ। ਫਿਰ ਐਵੇਂ ਮਹਿਲ ਦੀ ਗੱਲ ਕਰਨ ਦੀ ਕੀ ਲੋੜ ਹੈਗੀ ਹੈ। ਮਾਨ ਸਾਹਿਬ ਕਿੱਥੇ ਲੱਗਦਾ ਵੀ ਜੇ ਮਹਿਲ 'ਚ ਮੈਂ ਰਹਿੰਦਾ ਜੀ, ਮਹਿਲਾਂ 'ਚੋਂ ਮੈਂ ਨਰਕ 'ਚ ਵੀ ਰਿਹਾ। ਮੈਂ 5 ਸਾਲ ਭਾਗਲਪੁਰ ਦੀ ਤਨਾਈ ਕੱਟੀ ਹੈਗੀ ਹੈ, ਤਨਾਈ ਦੀ ਜੇਲ੍ਹ ਜੀ। ਫਿਰ ਇੱਧਰ ਪੰਜਾਬ ਆ ਕੇ ਬੇਅੰਤ ਸਿੰਘ ਦੀ ਜੇਲ੍ਹ ਕੱਟੀ ਹੈ, ਬਾਦਲਾਂ ਦੀਆਂ ਜੇਲ੍ਹਾਂ ਕੱਟੀਆਂ ਤੇ ਅਮਰਿੰਦਰ ਸਿੰਘ ਦੀਆਂ ਜੇਲ੍ਹਾਂ ਕੱਟੀਆਂ। 3 ਸਾਲ ਤਾਂ ਮੈਂ ਪੰਜਾਬ 'ਚ ਜੇਲ੍ਹਾਂ ਦੀਆਂ ਕੱਟੀਆਂ। ਤੇ ਜਿਹੜਾ ਬੰਦਾ ਮਹਿਲਾਂ 'ਚ ਰਹਿੰਦਾ ਹੋਵੇ ਤੇ ਉਹ ਜੇ ਜੇਲ੍ਹ ਦੀਆਂ ਤਨਾਈ ਦੀਆਂ ਕੋਠੀਆਂ ਦੇ ਵਿੱਚ ਰਹੇ ਤਾਂ ਮੇਰਾ ਮਤਲਬ ਹੈ ਕਿ ਉਹ ਬਚ ਕਿਵੇਂ ਸਕਦਾ ਜੇ ਮਹਿਲ 'ਚ ਮੈਂ ਰਹਿੰਦਾ। ਉਹਨਾਂ ਦੇ ਜਿਹੜੇ ਪ੍ਰਧਾਨ ਸਾਹਿਬ ਹੈ ਉਹ ਜੇ ਜੇਲ੍ਹ 'ਚ ਚਲੇ ਜਾਣ, ਸੁਖਬੀਰ ਸਿੰਘ ਜੀ, ਉਹ ਠੰਡੀ ਕੋਕੋ ਕੋਲਾ ਤੋਂ ਬਗੈਰ ਰਹਿ ਨਹੀਂ ਸਕਦੇ। ਤੇ ਜਿਹੜਾ ਹੌਟ ਕਿਹੜਾ ਹੈਗਾ ਰੈਸਟੋਰੈਂਟ, ਉਹਦੀ ਤਾਂ ਰੋਟੀ ਆਉਂਦੀ ਹੈ ਉੱਥੋਂ ਬਾਹਰੋਂ। ਸੋ ਮੇਰਾ ਮਤਲਬ ਹੈ ਬੀਬੀ ਜੀ ਨੂੰ ਨਾ ਮੇਰੇ ਖਿਲਾਫ ਗੱਲ ਨਹੀਂ ਕਰਨੀ ਚਾਹੀਦੀ, ਕਿਉਂ ਕਰਕੇ ਮੈਂ ਤਾਂ ਉਹਨਾਂ ਦੇ ਹਿੱਤ ਦੇ ਵਿੱਚ ਆ। ਮੈਂ ਤਾਂ ਉਹਨਾਂ ਦੀ ਫਾਂਸੀ ਦੇ ਖਿਲਾਫ ਹੈ ਤੇ ਮੈਂ ਸਿੱਖਾਂ ਦੇ ਹਿੱਤ ਦੇ ਵਿੱਚ ਹੈਗਾ ਜੀ। ਸੋ ਬੀਬੀ ਜੀ ਨੂੰ ਇਹੋ ਜਿਹੀਆਂ ਗੱਲਾਂ ਨਾ ਚੰਗੀਆਂ ਨਹੀਂ ਲੱਗਦੀਆਂ। ਉਹਨਾਂ ਦਾ ਜਿਹੜਾ ਦਾਇਰਾ ਹੈ, ਜਿਹੜਾ ਉਹਨਾਂ ਨੂੰ ਰੱਬ ਨੇ ਇੰਨੀ ਉਸਤਤ ਦਿੱਤੀ ਹੈ, ਉਹ ਥੱਲੇ ਨੂੰ ਜਾਂਦੀ ਹੈ। ਫਿਰ ਜੀ ਮਾਨ ਸਾਹਿਬ ਕੀ ਕਦੇ ਸੋਚਿਆਗਾ ਵੀ ਕੀ ਕਾਰਨ ਰਿਹਾ ਸਾਰੇ ਜਿੰਨੇ ਵੀ ਅਕਾਲੀ ਜਾਂ ਪੰਥਕ ਲੀਡਰ ਨੇ ਉਹ ਇੱਕ ਮੰਚ ਤੇ ਇਕੱਠੇ ਕਿਉਂ ਨਹੀਂ ਹੁੰਦੇ? ਬਹੁਤ ਲੋਕਾਂ ਦੇ ਵਿੱਚ ਚਰਚਾ ਸੀ ਜਿਸ ਦਿਨ ਸੁਖਬੀਰ ਸਿੰਘ ਬਾਦਲ ਤੁਹਾਨੂੰ ਮਿਲੇ ਆ ਜਾਂ ਹੋਰ ਲੀਡਰ ਉਹਨਾਂ ਦੇ ਨਾਲ ਸੀਗੇ ਤੁਹਾਨੂੰ ਮਿਲੇ ਆ ਵੀ ਹਾਂ ਹੁਣ ਕੁਝ ਹੋਊਗਾ ਜਾਂ ਪਹਿਲਾਂ ਵਾਂਗੂ ਬਹੁਤ ਕੁਝ ਹੋ ਜਾਣਾਗਾ, ਬਦਲ ਜਾਣਾਗਾ। ਉਹ ਤੁਹਾਡੀ ਗੱਲ ਠੀਕ ਹੈ, ਪਰ ਜਿਹੜੇ ਸਮਝੌਤੇ ਤੇ ਪਾਰਟੀ ਹੁੰਦੀ ਹੈ ਜੀ, ਇਹ ਸੋਚ ਦੇ ਉੱਤੇ ਚੱਲਦੀ ਹੈ। ਹੁਣ ਜੇ ਤੁਸੀਂ ਪੁੱਛੋ ਕਿ ਕਾਂਗਰਸ ਵੀ ਹਿੰਦੂਆਂ ਦੀ ਪਾਰਟੀ ਹੈ ਤੇ ਬੀਜੇਪੀ ਆਰਐਸ ਵੀ ਹਿੰਦੂਆਂ ਦੀ ਪਾਰਟੀ ਹੈ, ਤੇ ਕਾਂਗਰਸ ਤੇ ਬੀਜੇਪੀ ਮਿਲ ਕੇ ਨਹੀਂ ਜਾਂਦੇ। ਉਹਨਾਂ ਦੀ ਸੋਚ ਹੋਰ ਹੈ, ਉਹਨਾਂ ਦੀ ਸੋਚ ਹੋਰ ਹੈ। ਆਪਾਂ ਕਹਿੰਦੇ ਹਾਂ ਆਜ਼ਾਦੀ ਹੋਣੀ ਚਾਹੀਦੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਤੇ ਸਾਡੀ ਪਾਰਟੀ ਚੱਲਦੀ ਹੈ। ਇਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਉੱਤੇ ਅਟੈਕ ਕਰਾਇਆ, ਸਰਕਾਰ ਤੋਂ ਉਹਨਾਂ ਨੂੰ ਸ਼ਹੀਦ ਕਰਾਇਆ ਤੇ ਅਸੀਂ ਆਜ਼ਾਦੀ ਮੰਗਦੇ ਹਾਂ। ਜੇ ਹੁਣ ਆਪਾਂ ਆਜ਼ਾਦ ਨਹੀਂ, ਸਾਡੀ ਇਕਨੋਮਿਕ ਮਾਲੀ ਹਾਲਤ ਇੰਨੀ ਮਾੜੀ ਹੈ ਕਿ ਜੇ ਆਪਾਂ ਬਾਰਡਰ ਖੋਲ੍ਹ ਦਈਏ ਤਾਂ ਸਾਡੀਆਂ ਜਿਹੜੀਆਂ ਜਿਨਸਾਂ ਬਾਹਰ ਦੇ ਮੁਲਕਾਂ 'ਚ ਵਿਕ ਸਕਦੀਆਂ। ਅੱਜ ਪਾਕਿਸਤਾਨ ਦੇ ਵਿੱਚ ਕਣਕ ਦੀ ਘਾਟ ਹੈ ਤੇ ਸਾਡੇ ਭੰਡਾਰ ਭਰੇ ਪਏ ਹੈ। ਆਪਾਂ ਜੇ ਉੱਥੇ ਆਪਣੀ ਕਣਕ ਵੇਚੀਏ ਤੇ ਆਪਣੇ ਕਿਸਾਨਾਂ ਨੂੰ, ਖੇਤ ਮਜ਼ਦੂਰਾਂ ਨੂੰ, ਲਾਲੇ ਬਾਣੀਆਂ ਨੂੰ ਕਿੰਨਾ ਫਾਇਦਾ ਹੋਊਗਾ, ਕਿੰਨਾ ਪੈਸਾ ਹੋਊਗਾ। ਫਿਰ ਸਾਡੀ ਬੇਰੁਜ਼ਗਾਰੀ ਖਤਮ ਹੋਊਗੀ, ਕਿਉਂ ਕਰਕੇ ਟਰਾਂਸਪੋਰਟ ਬਹੁਤ ਵੱਧ ਜੂਗੀ, ਕਿਉਂ ਕਰਕੇ ਟਰੱਕ ਜਾਣਗੇ ਈਰਾਨ, ਇਰਾਕ, ਸੀਰੀਆ ਤੱਕ ਤੇ ਇੱਧਰ ਰੂਸ ਤੱਕ ਵੀ ਜਾਣਗੇ। ਤੇ ਮੇਰਾ ਮਤਲਬ ਹੈ ਕਿ ਇਹ ਜਿਹੜੀ ਹਿੰਦੂ ਤੇ ਮੁਸਲਮਾਨ ਦੀ ਦੁਸ਼ਮਣੀ ਹੈ ਸਦੀਆਂ ਤੋਂ, ਉਹਦੇ ਵਿੱਚ ਸਿੱਖ ਪੀੜੇ ਗਏ ਹੈ।
ਹੁਣ ਸਿੱਖ ਦੀ ਤਾਂ ਦੁਸ਼ਮਣੀ ਨਾ ਹਿੰਦੂ ਨਾਲ ਹੈ ਨਾ ਮੁਸਲਮਾਨ ਨਾਲ ਹੈ। ਤਾਂ ਫਿਰ ਜੇ ਅਸੀਂ ਆਪਣਾ ਰਾਜ ਹੋਵੇ, ਅਸੀਂ ਬਾਰਡਰ ਖੋਲ੍ਹੀਏ, ਆਪਣੀ ਟ੍ਰੇਡ ਹੋਵੇ ਸਾਰੇ ਮੁਲਕਾਂ ਦੇ ਨਾਲ, ਅਸੀਂ ਤਾਂ ਸੁੰਗੜੇ ਪਏ ਹਾਂ। ਜਿਹੜਾ ਕਿਸਾਨ ਹੁੰਦਾ ਹੈ ਵੀਰ ਜੀ, ਉਹ ਬਹੁਤ ਇਹ ਅਣਖ ਵਾਲਾ ਹੁੰਦਾ ਜੀ। ਹੁਣ ਅਸੀਂ ਸੈਂਟਰ ਦੇ ਅੱਗੇ, ਭਗਵੰਤ ਜੀ ਦੇ ਅੱਗੇ, ਅਮਰਿੰਦਰ ਸਿੰਘ ਦੇ ਅੱਗੇ ਹੱਥ ਜੋੜਦੇ ਆ ਕਿ ਜੀ ਸਾਡੇ ਕਰਜ਼ੇ ਮਾਫ ਕਰ ਦਿਓ। ਜੇ ਬਾਰਡਰ ਖੁੱਲ੍ਹ ਜਾਂਦੇ ਹੈ, ਇੰਨੀ ਖੁਸ਼ਹਾਲੀ ਹੋ ਜੂਗੀ ਕਿ ਸਾਰੇ ਕਿਸਾਨ ਆਪ ਹੀ ਆਪਣੇ ਕਰਜ਼ੇ ਖਤਮ ਕਰ ਦੇਣਗੇ। ਸੋ ਮੇਰਾ ਮਤਲਬ ਹੈ ਕਿ ਸੋਚਣ ਦੀ ਗੱਲ ਹੈ ਕਿ ਜਿਹੜੀ ਸੋਚ ਹੁੰਦੀ ਹੈ, ਇਹਨਾਂ ਦੀ ਸੋਚ ਹੈ ਕਿ ਹਿੰਦੂਤਵਾ ਦੇ ਨਾਲ ਚੱਲਣਾ ਹੈ। ਹਿੰਦੂਤਵਾ ਤੋਂ ਬਗੈਰ ਇਹਨਾਂ ਦਾ ਗੁਜ਼ਾਰਾ ਨਹੀਂ ਜੀ। ਇਹ ਚਾਹੁੰਦੇ ਆ ਚੌਧਰ ਤਾਂ ਫਿਰ ਸੈਂਟਰ ਤੋਂ ਮਿਲੂਗੀ ਅਤੇ ਇਹਨਾਂ ਨੂੰ ਗੱਦੀਆਂ ਵੀ ਮਿਲਣਗੀਆਂ, ਸਾਰਾ ਕੁਝ ਮਿਲਣਾ। ਪਰ ਜਿਹੜੀ BJP ਅਤੇ RSS ਹੈ, ਉਹ ਡੱਕਾ ਸਿੱਖਾਂ ਦੀ ਪਰਵਾਹ ਨਹੀਂ ਕਰਦੀ। ਅੱਜ ਸੈਂਟਰ ਦੀ ਕੈਬਨਿਟ ਦੇ ਵਿੱਚ ਕੋਈ ਸਿੱਖ ਵਜ਼ੀਰ ਨਹੀਂ ਹੈ। ਜਿੰਨੇ ਵੀ ਆਰਮੀ ਦੇ ਕਮਾਂਡਰਸ ਹੈਗੇ ਆ, ਉਹਨਾਂ 'ਚੋਂ ਕੋਈ ਵੀ ਸਿੱਖ ਨਹੀਂ ਹੈ। ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਨਹੀਂ ਹੈਗਾ। ਜਿੰਨੇ ਵੀ ਆਪਣੇ ਇੰਡੀਆ ਦੀਆਂ ਸਟੇਟਸ ਹੈਗੀਆਂ, ਉਹਨਾਂ ਦੇ ਵਿੱਚ ਕੋਈ ਵੀ ਗਵਰਨਰ ਸਿੱਖ ਨਹੀਂ ਹੈ। ਤਾਂ ਮੇਰਾ ਮਤਲਬ ਹੈ ਕਿ ਸਿੱਖਾਂ ਨੂੰ ਤਾਂ ਜ਼ਹਿਰ ਸਮਝਦੇ ਆ, ਖੁੱਡੇ ਲਾਇਆ ਹੋਇਆ ਹੈ। ਸਾਡੀ ਗੱਲ ਹੀ ਨਹੀਂ ਸੁਣੀ ਜਾਂਦੀ। ਸਾਡੇ 30 ਸਾਲਾਂ ਤੋਂ ਇਹ ਕਿਹੜਾ ਇਹ ਕਾਨੂੰਨ ਹੈ ਕਿ 30 ਸਾਲ ਤੋਂ ਸਿੱਖਾਂ ਨੂੰ ਅੰਦਰ ਡੱਕੀ ਰੱਖੋ। ਅਤੇ ਬਾਦਲ ਸਾਹਿਬ ਨੂੰ ਤਾਂ ਹੁਣ ਗੱਲ ਸੁੱਝੀ ਹੈ, ਉਦੋਂ ਨਹੀਂ ਸੀ ਸੁੱਝੀ ਜਦੋਂ ਮੈਂ ਭੁੱਲਰ ਸਾਹਿਬ ਦੀ ਫਾਂਸੀ ਛਡਾਉਣ ਦੇ ਲਈ ਇਹਨਾਂ ਨੂੰ ਲੈ ਕੇ ਗਿਆ ਸੀਗਾ। ਇਹਨਾਂ ਨੂੰ ਉਦੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀਗਾ ਕਿ ਸਿੱਖਾਂ ਦੀ ਮੰਗ ਹੈ ਕਿ ਸਿੱਖ ਬੰਦੀ ਛਡਾਈਏ। ਤੁਹਾਨੂੰ ਕੀ ਲੱਗਦਾ, ਜਿਹੜੀ ਜੇ ਆਪਾਂ ਹੁਣ ਮੌਜੂਦਾ ਸਰਕਾਰ ਦੀ ਗੱਲ ਕਰੀਏ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹ ਕਹਿੰਦੇ ਅਸੀਂ ਮੂੰਗੀ ਤੇ MSP ਦੇਤੀ, ਹੋਰ ਵੀ ਬੜੇ ਐਲਾਨ ਕੀਤੇ ਆ, ਖਾਸ ਕਰਕੇ ਬੱਸਾਂ ਨੂੰ ਲੈ ਕੇ। 에ਅਰਪੋਰਟ ਤੋਂ ਜਿਹੜੀਆਂ ਬੱਸਾਂ, ਸਰਕਾਰੀ ਬੱਸਾਂ ਲੱਗ ਰਹੀਆਂ ਹੈਗੀਆਂ, ਬੜੇ ਸਾਰੇ ਐਲਾਨ ਹੋ ਰਹੇ ਆ। ਤੁਹਾਨੂੰ ਕੀ ਲੱਗਦਾ ਵੀ ਵਧੀਆ ਚਲਾ ਰਹੇ ਨੇ ਮਾਨ ਸਾਹਿਬ, ਭਗਵੰਤ ਮਾਨ ਸਾਹਿਬ? ਅੱਜ ਮੈਂ ਤੁਹਾਨੂੰ ਰੰਗਰੇਟੇ ਸਿੱਖਾਂ ਦੇ ਘਰ ਦੇ ਵਿੱਚ ਲੈ ਜਾਂਦਾ ਜੀ। ਉਹਨਾਂ ਦੇ ਕੋਲੇ ਕੱਪੜੇ ਹੈ ਨਹੀਂ, ਉਹਨਾਂ ਦੇ ਬੱਚਿਆਂ ਦੀਆਂ ਲੱਤਾਂ ਸੁੱਕੀਆਂ ਪਈਆਂ, ਉਹਨਾਂ ਕੋਲੇ ਖੁਰਾਕ ਹੈ ਨਹੀਂ, ਉਹਨਾਂ ਕੋਲੇ ਖਾਣ ਨੂੰ ਕੁਛ ਹੈ ਨਹੀਂ ਗਾ। ਹੁਣ ਉਹ ਲੋਕ ਇਹੋ ਜਿਹੀਆਂ ਬੱਸਾਂ ਦੇ ਉੱਤੇ ਕਿਵੇਂ ਚੜ੍ਹ ਸਕਦੇ ਹੈ? ਕੋਈ ਰਿਐਲਿਟੀ ਤਾਂ ਹੈ। ਜਿਹੜੀ ਮੈਰੀ ਐਂਟੋਨੇਟ ਸੀਗੀ, ਫਰਾਂਸ ਦੀ ਮਹਾਰਾਣੀ, ਜਦੋਂ ਉੱਥੇ ਇਨਕਲਾਬ ਉੱਠਿਆ, ਜਦੋਂ ਪੈਰਿਸ ਦੀਆਂ ਗਲੀਆਂ ਦੇ ਵਿੱਚ ਸ਼ੋਰ ਮੱਚ ਰਿਹਾ ਸੀ ਜੀ, ਉਹ ਆਪਣੀਆਂ ਨੌਕਰਾਣੀਆਂ ਨੂੰ ਪੁੱਛਦੀ ਕਿ ਇਹਨਾਂ ਨੂੰ ਕੀ ਤਕਲੀਫ ਹੈ, ਕਿਉਂ ਸ਼ੋਰ ਮਚਾ ਰਹੀਆਂ ਹੈ? ਅਤੇ ਉਹਨਾਂ ਦੀਆਂ ਬੀਬੀਆਂ ਕਹਿੰਦੀਆਂ ਕਿ ਮਹਾਰਾਣੀ ਸਾਹਿਬ, ਇਹ ਕਹਿੰਦੇ ਹੈ ਕਿ ਸਾਨੂੰ ਰੋਟੀ ਨਹੀਂ ਮਿਲਦੀ, ਬ੍ਰੈਡ ਨਹੀਂ ਮਿਲਦੀ, ਕੁਛ ਨਹੀਂ, ਭੁੱਖੇ ਮਰੇ ਹੋਏ ਹੈ। ਅਤੇ ਕੁਈਨ ਐਂਟੋਨੇਟ ਕਹਿੰਦੀ, ਜੇ ਇਹਨਾਂ ਨੂੰ ਰੋਟੀ ਅਤੇ ਬ੍ਰੈਡ ਨਹੀਂ ਮਿਲਦੀ ਅਤੇ ਫਿਰ ਇਹ ਕੇਕ ਕਿਉਂ ਨਹੀਂ ਖਾ ਲੈਂਦੇ? ਹੁਣ ਤੁਸੀਂ ਦੱਸੋ, ਜਿਹਨੂੰ ਰੋਟੀ ਨਹੀਂ ਮਿਲਦੀ ਉਹਨੂੰ ਕੇਕ ਮਿਲ ਜੂਗਾ? ਹੁਣ ਜਿਹੜੇ ਬੰਦੇ ਇੱਥੇ ਰਹਿੰਦੇ ਹੈ, ਆਹ ਪਿੰਡ ਦੇ ਵਿੱਚ ਵੀ, ਇਹ ਉਹਨਾਂ ਦੀਆਂ ਬੱਸਾਂ 'ਚ ਕਿਵੇਂ ਸਫ਼ਰ ਕਰ ਸਕਦੇ ਆ? 2-2 ਹਜ਼ਾਰ ਰੁਪਈਆ ਕਿਵੇਂ ਦੇਣਗੇ? ਰਿਐਲਿਟੀ ਦੇ ਵਿੱਚ, ਅਸਲੀਅਤ ਦੇ ਵਿੱਚ ਤਾਂ ਬੰਦੇ ਨੂੰ ਆਉਣਾ ਚਾਹੀਦਾ ਨਾ। ਇਹਨਾਂ ਦੀ ਜਿਹੜੀ ਇਹ ਰੰਗਰੇਟਿਆਂ ਦੇ ਪੈਸੇ ਸੈਂਟਰ ਤੋਂ ਆਏ ਹੈ, ਪਿਛਲੀ ਸਰਕਾਰ ਸਾਰੇ ਖਾ ਗਈ। ਇਹਨਾਂ ਦੀਆਂ ਸਕਾਲਰਸ਼ਿਪ, ਸਾਰਾ ਕੁਛ ਹੈ। ਮੇਰਾ ਮਤਲਬ ਹੈ ਕਿ ਇਹੋ ਜਿਹੇ ਲੋਕਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ, ਜਿਹੜੇ ਗਰੀਬਾਂ ਦੇ ਮੂੰਹ ਦੇ ਵਿੱਚੋਂ ਉਹਨਾਂ ਦੀ ਰੋਟੀ ਖੋਹ ਲੈਂਦੇ ਆ। ਪਰ ਉਹ ਤਾਂ ਇਹ ਵੀ ਕਹਿ ਰਹੇ ਆ ਵੀ ਅਸੀਂ ਜਿਸ ਨੂੰ ਟਿਕਟ ਦਿੱਤੀ ਆ, ਉਹ ਬਿਲਕੁਲ ਆਮ ਘਰ ਦਾ ਮੁੰਡਾ ਗਾ, ਨੌਜਵਾਨ ਆ, ਨਵਾਂ ਚਿਹਰਾ ਗਾ। ਤੁਸੀਂ ਸਾਡੀ ਪਾਰਟੀ ਦੇ ਜਿਹੜੇ ਸਿਸਟਮ ਆ ਉਸ ਨੂੰ ਦੇਖੋ, ਉਹਨਾਂ ਦਾ ਜਿਹੜਾ ਪ੍ਰਚਾਰ ਆ, ਤੁਹਾਨੂੰ ਕੀ ਲੱਗਦਾ ਜਿਹੜਾ 2.5 ਮਹੀਨਿਆਂ 'ਚ ਇਹ ਚੱਲਿਆ ਗਾ, ਜਾਂ ਕਾਨੂੰਨ ਵਿਵਸਥਾ ਨੂੰ ਲੈ ਕੇ? ਉਹ ਉਹਨਾਂ ਨੇ ਕਿਹਾ, ਪਰ ਜਿਹੜੇ 7 MP ਬਣਾਏ ਹੈ ਉਹ ਤਾਂ ਬਹੁਤ ਤਨਾਟ ਨੇ, ਅਤੇ ਨਾਲੇ ਉਹ ਪੰਜਾਬੀ ਵੀ ਹੈ ਨਹੀਂ। ਜਿਹੜਾ ਰਾਜ ਸਭਾ ਦਾ ਰੂਲ ਹੈ ਕਿ ਰਾਜ ਸਭਾ ਦੇ ਵਿੱਚ ਸਟੇਟ ਦੀ ਗੱਲਬਾਤ ਹੁੰਦੀ ਹੈ, ਇਹਨੂੰ ਕਹੀਦਾ ਹੈ ਅੰਗਰੇਜ਼ੀ 'ਚ ਕਾਊਂਸਲ ਆਫ ਸਟੇਟਸ। ਜਿਹੜੀ ਰਾਜ ਸਭਾ ਹੈ,
ਤੇ ਜਿਹੜੀ ਪਾਰਲੀਮੈਂਟ ਲੋਕ ਸਭਾ ਨੂੰ ਕਹੀਦਾ ਹੈ ਹਾਊਸ ਆਫ ਦ ਪੀਪਲ। ਜੀ ਕਾਉਂਸਲ ਆਫ ਸਟੇਟਸ ਦੇ ਵਿੱਚ ਸਟੇਟਸ ਦੀ ਗੱਲ ਹੁੰਦੀ ਹੈ, ਪਾਣੀਆਂ ਦੀ ਗੱਲ ਹੁੰਦੀ ਹੈ, ਇਹਦੀ ਬਾਉਂਡਰੀ ਦੀ ਗੱਲ ਹੁੰਦੀ ਹੈ। ਜੀ ਤੇ ਇਹ ਤਾਂ ਬੜੇ ਧਨਾਟ ਬੰਦੇ, ਜਾਂ ਇਹਨਾਂ ਨੂੰ ਪੰਜਾਬੀ ਵੀ ਨਹੀਂ ਆਉਂਦੀ, ਉਹਨਾਂ ਨੂੰ ਕਿਉਂ ਭੇਜਦਾ ਜੇ ਇਹਨਾਂ ਨੇ ਆਮ ਆਦਮੀ ਇੱਥੇ ਖੜਾ ਕਰਤਾ ਹੈ? ਸੀਚੇਐਲ ਇਹ ਮੇਰਾ ਮਤਲਬ ਇਹ ਬੇਈਮਾਨੀ ਨਹੀਂ ਹੈ, ਇੰਟੈਲੈਕਚੁਅਲ ਬੇਈਮਾਨੀ ਨਹੀਂ ਹੈ ਕਿ ਤੁਸੀਂ ਇੱਥੇ ਕਹਿੰਦੇ ਹੋ ਕਿ ਅਸੀਂ ਆਮ ਆਦਮੀ ਖੜਾ ਕਰਤਾ ਤੇ 7 ਮੈਂਬਰ ਤੁਸੀਂ ਰਾਜ ਸਭਾ ਦੇ ਵਿੱਚ ਭੇਜਦੇ ਜਿਹੜੇ ਬਹੁਤ ਧਨਾਟ ਹੈ, ਜਿਨ੍ਹਾਂ ਨੂੰ ਪੰਜਾਬ ਦੇ ਬਾਰੇ ਪਤਾ ਵੀ ਨਹੀਂ, ਉਹ ਬੋਲ ਵੀ ਨਹੀਂ ਸਕਦੇ, ਤੇ ਉਹ ਸਾਰੇ RSS ਦੇ ਮੈਂਬਰ ਹੈ, ਜਿਹੜਾ ਸਿੱਖਾਂ ਦੇ ਲਈ ਜ਼ਹਿਰ ਹੈ। ਸੀਚੇਐਲ ਸਾਹਿਬ ਤਾਂ ਪੰਜਾਬੀ ਨੇ। ਕੌਣ ਜੀ? ਸੰਤ ਸੀਚੇਐਲ ਬਲਵੀਰ ਸਿੰਘ। ਹਾਂ, ਉਹ ਵਿਚਾਰੇ ਹੈਗੇ ਆ ਪੰਜਾਬੀ, ਪਰ ਬਾਕੀ ਦੇ ਤਾਂ ਕੋਈ ਪੰਜਾਬੀ ਹੈ ਨਹੀਂਗਾ ਜੀ, ਹੈ ਨਾ। ਇੱਕ ਬੰਦਾ ਭੇਜ ਕੇ ਤਾਂ ਨਹੀਂ ਨਾ, ਇਹ ਅੰਗਰੇਜ਼ੀ ਦੀ ਕੀ ਕਹਾਵਤ ਹੈ, one swallow doesn't make a summer or something like that, ਕਿ ਇੱਕ ਜੇ ਚਿੜੀ ਬਰਫ਼ ਤੋਂ ਬਾਅਦ ਦਿਖ ਜੇ, ਉਹਦੇ ਨਾਲ ਐ ਥੋੜੀ ਹੈ ਕਿ ਰੁੱਤ ਬਦਲ ਗਈ ਹੈ। ਜੀ, ਜਿਹੜਾ ਕਰਪਸ਼ਨ ਨੂੰ ਲੈ ਕੇ ਚੱਲਿਆਗਾ, ਖਾਸ ਕਰਕੇ ਇਹਨਾਂ ਨੇ ਕਿਹਾਗਾ ਵੀ ਅਸੀਂ ਆਪਣਾ ਮੰਤਰੀ ਟੰਗਤਾ, ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਜਿਹੜੇ ਕਰਪਸ਼ਨ ਕਰ ਰਹੇ ਆ। ਤੁਹਾਨੂੰ ਕੀ ਲੱਗਦਾ, ਬਾਕੀ ਸਰਕਾਰ ਸੀਰੀਅਸ ਆ ਕਿ ਦਿਖਾਵਾ ਹੋ ਰਿਹਾ? ਇਹ ਤਾਂ ਨਹੀਂ ਮੈਂ ਕਹਿ ਸਕਦਾ, ਇਹਦੇ ਲਈ ਮੈਂ ਦੇਖੂੰਗਾ ਇਹਨਾਂ ਦੀ ਕੀ ਪਾਲਿਸੀ ਹੈਗੀ ਹੈ ਜੀ, ਫਿਰ ਮੈਂ ਉਹਦੇ ਤੇ ਕਮੈਂਟ ਕਰ ਸਕਦਾ, ਕਿਉਂ ਕਰਕੇ ਇਹ ਚੀਜ਼ ਦੇ ਉੱਤੇ ਨੈਗੇਟਿਵ ਕਮੈਂਟ ਮੈਂ ਕਰਦਾ ਜਿਹੜਾ ਮੇਰੀ ਹਸੀਅਤ ਹੈ ਉਹਦੇ ਮੁਤਾਬਕ ਇਹ ਠੀਕ ਨਹੀਂ ਹੈ। ਜੀ, ਇੱਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਜਿਹੜੀ ਮੌਤ ਹੋਈ, ਕਤਲ ਹੋਇਆਗਾ, ਗੋਲੀਆਂ ਚੱਲੀਆਂ ਆਈਆਂ, ਬੜੇ ਲੋਕਾਂ ਨੇ ਇਹ ਵੀ ਕਹਿਤਾ, ਤੁਹਾਡੇ ਤੇ ਵੀ ਇਲਜ਼ਾਮ ਇੱਕ ਲਾਤਾ ਸੀਗਾ ਵੀ ਕਹਿੰਦੇ ਵੀ ਮਾਨ ਸਾਹਿਬ ਇੱਥੇ ਆ ਕੇ ਰਾਜਨੀਤੀ ਕਰ ਰਹੇ ਸੀਗੇ, ਉਹਨਾਂ ਨੇ ਪਹਿਲਾ ਬਿਆਨ ਜਿਹੜਾ ਦਿੱਤਾ ਰਾਜਨੀਤੀ ਕਰਨ ਵਾਲਾ ਦਿੱਤਾ, ਕੋਈ ਇਦਾਂ ਦੀ ਚੀਜ਼ ਵੀ ਹੈ? ਤੁਹਾਡੇ ਨਾਮ ਦੇ ਨਾਲ ਇਹ ਚੀਜ਼ ਕਿਉਂ ਲੱਗੀ? ਇਹ ਤਾਂ ਜਿਹੜੇ ਈਰਖਾ ਕਰਦੇ ਹੈ ਉਹਨਾਂ ਨੇ ਦਿੱਤਾ ਹੈ। ਜਦੋਂ ਰਿਕਾਰਡਡ ਚੀਜ਼ ਹੈ ਕਿ ਮੂਸੇਵਾਲ ਸਾਹਿਬ ਨੇ ਇੱਕ ਦਿਨ ਪਹਿਲਾਂ ਮੈਨੂੰ ਟੈਲੀਫੋਨ ਕੀਤਾ ਸੀਗਾ ਕਿ ਮੈਂ ਤੁਹਾਡੀ ਪੂਰੀ ਇਮਦਾਦ ਕਰੂੰਗਾ, ਤੇ ਜਿਹੜੀ ਟਰਾਲੀ ਮੈਂ ਆਪ ਬਣਾਈ ਹੈ ਆਪਣੇ ਟਰੈਕਟਰ ਦੇ ਨਾਲ, ਮੈਂ ਮਸਤੂਆਣਾ ਸਾਹਿਬ ਗੁਰਦੁਆਰੇ ਲੈ ਕੇ ਆਊਂਗਾ, ਤੁਹਾਨੂੰ ਉੱਥੇ ਬਿਠਾਊਂਗਾ ਟਰਾਲੀ ਦੇ ਵਿੱਚ, ਤੇ ਮੈਂ ਆਪ ਟਰੈਕਟਰ ਚਲਾ ਕੇ DC ਦੇ ਦਫ਼ਤਰ ਜਾ ਕੇ ਤੁਹਾਡੇ ਪੇਪਰ ਭਰਾਊਂਗਾ। ਜੀ, ਹੁਣ ਇਹ ਤਾਂ ਰਿਕਾਰਡਡ ਚੀਜ਼ ਹੈ, ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਦੇ ਬਾਰੇ ਈਰਖਾ ਕਰਨ ਦੀ ਕੀ ਲੋੜ ਹੈ? ਜੇ ਉਹਨਾਂ ਨੂੰ ਕਾਂਗਰਸ ਨਹੀਂ ਸੀ ਚੰਗੀ ਲੱਗਦੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਦੇ ਹੀਰੋ ਸੀਗੇ, ਉਹਨਾਂ ਦੀ ਬਾਂਹ ਦੇ ਉੱਤੇ ਵੀ ਸੰਤਾਂ ਦਾ ਟੈਟੂ ਲੱਗਿਆ ਹੋਇਆ ਸੀਗਾ, ਤੇ ਉਹਨਾਂ ਦਾ ਜਿਹੜਾ ਗਾਣਾ ਹੈ ਉਹਦੇ ਵਿੱਚ ਵੀ ਉਹ ਸਿਮਰਨਜੀਤ ਸਿੰਘ ਮਾਨ ਦਾ ਨਾਂ ਲੈਂਦੇ ਹੈ ਜੀ, ਤਾਂ ਫਿਰ ਇਹਦੇ 'ਚ ਹੁਣ ਈਰਖਾ ਦੀ ਗੱਲ ਕਿਆ ਕਾਹਦੀ ਹੈ, ਜਾਂ ਕੰਟਰੋਵਰਸੀ ਕਰਨ ਦੀ ਕੀ ਗੱਲ ਹੈ, ਜਦੋਂ ਸਾਰੀ ਰਿਕਾਰਡ ਦੇ ਉੱਤੇ ਹੈਗੀ ਹੈ। ਮਾਨ ਸਾਹਿਬ, ਜਿਹੜੀਆਂ ਇਹ ਗੋਲੀ ਚੱਲ ਰਹੀ ਹੈ ਜਾਂ ਜਿਹੜਾ ਇਹ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ, ਤੁਸੀਂ ਇਹਦੇ ਪਿੱਛੇ ਕਿਸ ਨੂੰ ਮੰਨਦੇ ਹੋ? ਮੈਂ ਸਮਝਦਾ ਜੀ ਕਿ ਇਹ ਸੈਂਟਰ ਨੂੰ ਸਾਰਾ ਪਤਾ ਸੀਗਾ ਕਿ ਕੀ ਗੱਲਬਾਤ ਬਿਸ਼ਨੋਈ ਤਿਹਾੜ ਜੇਲ੍ਹ ਦੇ ਵਿੱਚ ਕਰ ਰਿਹਾ ਹੈ। ਤਿਹਾੜ ਜੇਲ੍ਹ ਦੀ ਸਿਕਿਉਰਿਟੀ ਸਭ ਤੋਂ ਉੱਤਮ ਹੈ ਤੇ ਸਾਰੀ ਗੱਲ ਸੁਣਦੀ ਹੈ, ਇਸ ਕਰਕੇ IB ਨੇ ਪੰਜਾਬ ਸਰਕਾਰ ਨੂੰ ਪਹਿਲਾਂ ਦੱਸਤਾ ਸੀਗਾ ਕਿ ਇਹਨਾਂ ਦੀ ਜ਼ਿੰਦਗੀ ਮੂਸੇਵਾਲ ਸਾਹਿਬ ਦੀ ਖਤਰੇ 'ਚ ਹੈ ਜੀ। ਫਿਰ ਦਿੱਲੀ ਪੁਲਿਸ ਨੇ ਜਿਹੜੀ IB ਦੇ ਨਾਲ ਲਾਜ਼ਮੀ ਚੱਲਦੀ ਹੈ, ਉਸ ਨੇ ਵੀ ਦੱਸਤਾ ਸੀ ਪੰਜਾਬ ਗਵਰਨਮੈਂਟ ਨੂੰ ਕਿ ਮੂਸੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਹੈ ਜੀ, ਪਰ ਪੰਜਾਬ ਸਰਕਾਰ ਨੇ ਉਹਨਾਂ ਦੀ ਸਿਕਿਉਰਿਟੀ ਵਿਡਰਾਅ ਕਰ ਲਈ ਤੇ ਉਹਨਾਂ ਨੂੰ ਕੋਈ ਰੱਖਿਆ ਨਹੀਂ ਦਿੱਤੀ ਜਾਣਦੇ ਹੋਏ। ਦੂਸਰੀ ਗੱਲ ਹੈ, ਸੈਂਟਰ ਨੂੰ ਵੀ ਪਤਾ ਸੀਗਾ ਕਿ ਇਸ ਤਰ੍ਹਾਂ ਹੋਣਾ ਹੈ। ਆਪਣਾ ਜਿਹੜਾ ਹੋਮ ਮਿਨਿਸਟਰ ਹੈ, ਗ੍ਰਹਿ ਵਜ਼ੀਰ ਹੈ ਅਮਿਤ ਸ਼ਾਹ ਜੀ, ਤੇ ਜਿਹੜੇ ਭੱਲਾ ਸਾਹਿਬ ਹੈ ਸੈਕਟਰੀ ਹੋਮ ਦੇ, ਉਹਨਾਂ ਨੂੰ ਵੀ ਪਤਾ ਸੀਗਾ ਕਿ ਉਹਨਾਂ ਨੂੰ ਮਾਰ ਦੇਣਾ ਹੈਗਾ ਜੀ। ਤਾਂ ਫਿਰ ਸੈਂਟਰ ਨੇ ਖੁਦ ਐਕਸ਼ਨ ਕਿਉਂ ਨਹੀਂ ਲਿਆ? ਕਿਉਂ ਕਰਕੇ ਕਨਸਟੀਟਿਊਸ਼ਨਲੀ ਜਿਹੜਾ ਸੈਂਟਰ ਹੈ ਉਹ ਲਿਖਤੀ ਤੌਰ ਦੇ ਉੱਤੇ ਕੋਈ ਚੀਜ਼ ਜੇ ਵਿਗੜ ਜਾਵੇ, ਹਦਾਇਤ ਵੀ ਦੇ ਸਕਦਾ ਸਟੇਟ ਨੂੰ। ਫਿਰ ਉਹਨਾਂ ਨੇ ਆਪਣਾ ਕਨਸਟੀਟਿਊਸ਼ਨਲ ਤੇ ਲੀਗਲ ਕੰਮ ਇਹ ਅਮਿਤ ਸ਼ਾਹ ਜੀ ਨੇ ਤੇ ਉਹਨਾਂ ਦੇ ਸੈਕਟਰੀ ਭੱਲਾ ਸਾਹਿਬ ਨੇ ਕਿਉਂ ਨਹੀਂ ਕੀਤਾ?
ਇਹ ਤਾਂ ਸਰਕਾਰ ਦੋਨੋਂ ਫਸੀਆਂ ਹੋਈਆਂ ਹੈ। ਜਿਹੜਾ ਇਹ ਕਤਲ ਹੋਇਆ ਤੇ ਸਿੱਧੂ ਸਾਹਿਬ ਸੰਦੀਪ ਸਿੰਘ ਦਾ ਵੀ ਸ਼ੱਕੀ ਤੌਰ ਦੇ ਉੱਤੇ ਕਤਲ ਕਰਾਇਆ ਗਿਆ ਹੈ, ਜੋ ਕਰਕੇ ਉਹ ਵੀ ਭਿੰਡਰਾਂ ਵਾਲਿਆਂ ਦੀ ਗੱਲ ਕਰਨ ਲੱਗ ਪਏ ਸੀਗੇ ਤੇ ਉਹ ਵੀ ਕਹਿੰਦੇ ਸੀਗੇ ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੁੰਦੇ ਸਾਡਾ ਜੀਵਨ ਹਰਾਮ ਹੈ। ਉਹ ਮੈਂ ਤੁਹਾਨੂੰ ਸਮਝਾਤਾ ਹੈ ਕਿ ਹੁਣ ਆਪਾਂ ਬਾਰਡਰ ਹੀ ਨਹੀਂ ਖੋਲ੍ਹ ਸਕੇ, ਦੁਸ਼ਮਣੀ ਹੈਗੀ ਹੈ ਹਿੰਦੂ ਤੇ ਮੁਸਲਮਾਨ ਦੀ, ਵਿੱਚ ਪੀੜਿਆ ਜਾ ਰਿਹਾ ਸਿੱਖ ਜਿਹੜਾ ਨਾ ਹਿੰਦੂ ਹੈ ਨਾ ਮੁਸਲਮਾਨ। ਜੀ ਜਾਂਦੇ ਜਾਂਦੇ ਲਾਸਟ ਸਵਾਲ ਆ ਜੀ, ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਕੁ ਵਿਧਾਇਕ ਨੇ ਜਿਹੜੇ ਉਹ ਕਮੈਂਟ ਕਰ ਰਹੇ ਨੇ ਵੀ ਸਿਮਰਨਜੀਤ ਸਿੰਘ ਮਾਨ ਚੱਲੇ ਹੋਏ ਕਾਰਤੂਸ ਨੇ, ਪਿਛਲੇ ਦਿਨੀ ਨਾਭਾ ਦੇ ਵਿਧਾਇਕ ਦੇ ਮਾਨ ਦਾ ਕਮੈਂਟ ਆਇਆ ਹੈਗਾ ਤੁਹਾਨੂੰ ਲੈ ਕੇ, ਇੱਕ ਜਿਹੜੇ ਉਹਨਾਂ ਨੇ ਬਿਆਨ ਦਿੱਤਾ, ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਹਾਨੂੰ ਤਜਰਬਾ ਹੋਇਆ ਕਿ ਮੈਂ ਚੱਲਿਆ ਹੋਇਆ ਕਾਰਤੂਸ ਹੈ? ਇੱਕ ਵਾਰੀ ਬੀਬੀ ਭੱਠਲ ਨੇ ਵੀ ਕਹਿਤਾ ਸੀਗਾ ਕਿ ਮਾਨ ਤਾਂ ਚੱਲਿਆ ਹੋਇਆ ਕਾਰਤੂਸ ਹੈ ਤੇ ਸੰਗਰੂਰ ਦੀ ਪ੍ਰੈਸ ਨੇ ਮੈਨੂੰ ਕਿਹਾ ਕਿ ਤੁਹਾਡਾ ਕੀ ਜਵਾਬ ਹੈ? ਤੇ ਮੈਂ ਕਿਹਾ ਜੇ ਮੇਰੀ ਗੱਲ ਛਾਪੋਗੇ ਜੀ ਤਾਂ ਫਿਰ ਮੈਂ ਜਵਾਬ ਦੇ ਦਿੰਦਾ। ਤੇ ਸੰਗਰੂਰ ਦੀ ਪ੍ਰੈਸ ਨੇ ਕਿਹਾ ਕਿ ਅਸੀਂ ਲਾਜ਼ਮੀ ਛਾਪਾਂਗੇ। ਤੇ ਮੈਂ ਪੁੱਛਿਆ ਫਿਰ ਇਹ ਬੀਬੀ ਭੱਠਲ ਨੂੰ ਕੀ ਤਜਰਬਾ ਹੈ ਕਿ ਮੈਂ ਚੱਲਿਆ ਹੋਇਆ ਕਾਰਤੂਸ ਹੈ? ਹੁਣ ਜੇ ਉਹ ਐਮਐਲਏ ਸਾਹਿਬ ਤੇ ਬੀਬੀ ਭੱਠਲ ਨੂੰ ਤਜਰਬਾ ਹੈਗਾ ਫਿਰ ਤਾਂ ਕਹਿ ਸਕਦੇ ਆ ਕਿ ਮੈਂ ਚੱਲਿਆ ਹੋਇਆ ਕਾਰਤੂਸ ਹੈ ਨਾ ਜੀ। ਇਹ ਤਾਂ ਫਿਰ ਉਹਨਾਂ ਕੋਲੇ ਤਜਰਬਾ ਹੋਣਾ, ਉਹਨਾਂ ਨੇ ਦੇਖਿਆ ਹੋਣਾ ਜੀ। ਉਹਨਾਂ ਨੂੰ ਪੁੱਛੋ ਕਿ ਇਹ ਤੁਹਾਨੂੰ ਤਜਰਬਾ ਹੈਗਾ ਜੀ? ਤੁਹਾਨੂੰ ਲੰਬਾ ਤਜਰਬਾ ਹੋ ਗਿਆ ਰਾਜਨੀਤੀ ਦਾ, ਲੋਕਾਂ ਦੇ ਵਿੱਚ ਵਿਚਰਦੇ ਹੋ, ਐਤਕੀ ਕੀ ਲੱਗਦਾ ਤੁਹਾਡੇ ਤਜਰਬੇ ਨਾਲ ਇਹ ਸੀਟ ਦੇ ਉੱਤੇ ਕੀ ਰਹਿਣ ਵਾਲਾ? ਇਹ ਸੀਟ ਬੜੀ ਟ੍ਰਿਕੀ ਹੈ ਕਿਉਂ ਕਰਕੇ ਮੈਂ ਸਿੱਖ ਹਾਂ ਤੇ ਮੈਂ ਸਿੱਖਾਂ ਦੀ ਨੁਮਾਇੰਦਗੀ ਕਰਦਾ ਹਾਂ ਤੇ ਮੈਨੂੰ ਇੱਕੋ ਡਰ ਹੈ ਕਿ ਜਿਹੜੀਆਂ EVM ਮਸ਼ੀਨਾਂ ਹੈ ਇਹ ਹੱਥ ਦੇ ਵਿੱਚ ਹੈਗੀਆਂ ਕੱਟੜ BJP ਤੇ RSS ਦੇ ਜੀ। ਤੇ ਜਿਹੜੀ ਪਾਰਟੀ ਹਜ਼ਰਤ ਮੁਹੰਮਦ ਸਾਹਿਬ ਦੀ ਬੇਅਦਬੀ ਕਰ ਸਕਦੀ ਹੈ ਉਹ ਕਿਸੇ ਲੈਂਥ ਤੱਕ ਚੱਲ ਸਕਦੀ ਹੈ ਮੈਨੂੰ EVM ਮਸ਼ੀਨਾਂ ਤੋਂ ਹਰਾਉਣ ਦੇ ਲਈ। ਸੋ ਜਿੰਨਾ ਚਿਰ ਇੰਡੀਪੈਂਡੈਂਟ ਅਬਜ਼ਰਵਰ ਇੱਥੇ ਨਹੀਂ ਆਉਂਦੇ ਤੇ ਉਹ ਨਹੀਂ ਦੇਖਦੇ ਇਹ ਰੌਲਾ ਗੋਲਾ ਉਨਾ ਚਿਰ ਰਹੂਗਾ ਜਿੰਨਾ ਚਿਰ ਇੰਡੀਪੈਂਡੈਂਟ ਜਰਨਲਿਸਟ ਨਹੀਂ ਆਉਂਦੇ। ਕਿਉਂ ਕਰਕੇ ਜਿਹੜੀ ਪ੍ਰੈਸ ਹੈ ਇਹ ਵੀ ਸਾਡੀ ਫ੍ਰੀ ਨਹੀਂ ਹੈਗੀ, ਇਹ ਵੀ ਹਿੰਦੂਤਵਾ ਦਾ ਇੱਕ ਅੰਗ ਬਣ ਗਈ ਹੈ ਜਿਹੜਾ ਸਾਨੂੰ ਬਹੁਤ ਅਫਸੋਸ ਦੀ ਗੱਲ ਹੈ। ਜਿਵੇਂ ਨਿਊਯਾਰਕ ਟਾਈਮਜ਼ ਹੈ, ਵਾਸ਼ਿੰਗਟਨ ਪੋਸਟ ਹੈ, ਉਹ ਪੂਰਾ ਪੋਲ ਖੋਲ੍ਹ ਦਿੰਦੇ ਹੈ ਪਰ ਇੱਥੇ ਕਹਿੰਦੇ ਆ ਕਿ ਜੇ ਅਸੀਂ ਕੋਈ ਗੱਲ ਕੀਤੀ ਸਾਡੇ ਨੇਸ਼ਨ ਦੇ ਖਿਲਾਫ ਹੋਊਗੀ। ਹੁਣ ਤੁਸੀਂ ਦੇਖੋ ਕਿ ਚੀਨ ਨੇ 900 ਕਿਲੋਮੀਟਰ ਨੱਪ ਲਿਆ 2020 ਦੇ ਵਿੱਚ ਜੀ। ਕਦੇ ਕਿਸੇ ਅਖਬਾਰ ਨੇ ਕਿਸੇ ਲੀਡਰ ਨੇ ਕਿਹਾ ਕਿ ਇੰਡੀਆ ਦੀ ਬੜੀ ਬੇਇੱਜ਼ਤੀ ਹੋਈ ਹੈ, ਇੰਨਾ ਇਲਾਕਾ ਮੋਦੀ ਸਾਹਿਬ ਦੇ ਰਾਜ ਦੇ ਵਿੱਚ BJP RSS ਨੇ ਚੀਨ ਦੇ ਹਵਾਲੇ ਕਰ ਦਿੱਤਾ ਹੈਗਾ ਤੇ 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਚੀਨ ਨੂੰ ਉਦੋਂ ਦੇਤਾ ਸੀਗਾ ਜੀ। ਜਿਹੜੀ ਸਰਕਾਰ ਆਪਣੇ ਦੇਸ਼ ਦੇ ਸਰਹੱਦ ਦੀ ਰੱਖਿਆ ਹੀ ਨਾ ਕਰ ਸਕੇ ਤੇ ਜਿਹੜੀ ਪ੍ਰੈਸ ਬੋਲੇ ਨਾ ਕਿ ਇਹ ਕੀ ਹੋ ਰਿਹਾ ਫਿਰ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਿੰਨੀ ਜ਼ਮੀਨਾਂ ਇਹਨਾਂ ਦੀਆਂ ਮਰ ਚੁੱਕੀਆਂ ਜੀ। ਜੀ ਮਾਨ ਸਾਹਿਬ ਅੱਜ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।